ਕਹਾਣੀ ਹਨੀਮੂਨ ਮੇਰੇ ਪਹਿਲੇ ਕਹਾਣੀ ਸੰਗ੍ਰਹਿ ਓਪਰੀ ਹਵਾ ਦੇ ਵਿੱਚ ਛਪੀ ਸੀ। ਜਦੋਂ ਇਹ ਕਹਾਣੀ ਛਪੀ ਸੀ ਤਾਂ ਉਸ ਸਮੇਂ ਵੀ ਪਾਠਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਸੀ ਅਤੇ ਇਸ ਕਹਾਣੀ ਨੂੰ ਸਾਲ ਦੀ ਬਿਹਤਰੀਨ ਕਹਾਣੀ ਦਾ ਪੁਰਸਕਾਰ ਵੀ ਮਿਲਿਆ ਸੀ। ਪਰ ਮੈਨੂੰ ਇਸ ਤੋਂ ਵੀ ਵੱਧ ਇਹ ਕਹਾਣੀ ਇਸ ਕਰਕੇ ਪਸੰਦ ਹੈ ਕਿ ਇਹ ਮੇਰੇ ਦਿਲ ਦੀ ਗੱਲ ਜਿਹੜੀ ਹੈ ਬਹੁਤ ਇਹਦੇ ਵਿੱਚ ਚੰਗੀ ਤਰ੍ਹਾਂ ਪੇਸ਼ ਹੋਈ ਆ। ਬਹੁਤ ਸਾਰੀਆਂ ਸਦਰਾਂ ਬੰਦੇ ਦੀਆਂ ਉਹ ਅਧੂਰੀਆਂ ਰਹਿ ਜਾਂਦੀਆਂ ਜਿਹੜੀਆਂ ਛੋਟੀ ਉਮਰ ਦੀਆਂ, ਅਤੇ ਉਹ ਫਿਰ ਸਾਰੀ ਉਮਰ ਸਤਾਉਂਦੀਆਂ ਰਹਿੰਦੀਆਂ। ਇਹੀ ਗੱਲ ਜਿਹੜੀ ਹੈ ਇਸ ਕਹਾਣੀ ਦੇ ਵਿੱਚ ਕਹੀ ਗਈ ਹੈ। ਇਹੋ ਜਿਹੀ ਕੀ ਗੱਲ ਹੋਣੀ ਹੈ ਜਿਹੜੀ ਜੱਸੀ ਸਵੇਰੇ ਨਹੀਂ ਸੀ ਦੱਸ ਸਕਦੀ? ਐਡਵੋਕੇਟ ਹਰਿੰਦਰ ਸਾਰਾ ਦਿਨ ਕਚਹਿਰੀ ਵਿੱਚ ਵੀ ਇਹੀ ਸੋਚਦਾ ਰਿਹਾ ਜੋ ਹੁਣ ਸੋਚ ਰਿਹਾ ਸੀ। ਇੱਕ ਕਾਲੇਪਣ ਨਾਲ ਉਸਨੇ ਕਾਰ ਦਾ ਹਾਰਨ ਦੁਬਾਰਾ ਵਜਾਇਆ ਤਾਂ ਕਿ ਜੱਸੀ ਗੇਟ ਛੇਤੀ ਖੋਲ੍ਹੇ। ਉਸਨੂੰ ਕਚਹਿਰੀ ਵਿੱਚ ਵੀ ਇਸੇ ਤਰ੍ਹਾਂ ਦੀ ਅਚਵੀ ਲੱਗੀ ਰਹੀ ਸੀ। ਉਸਨੇ ਇੱਕ ਜ਼ਰੂਰੀ ਕੇਸ ਦੀ ਫਾਈਲ ਤਿਆਰ ਕਰਨੀ ਸੀ, ਪਰ ਉਸਦਾ ਮਨ ਕੰਮ ਵਿੱਚ ਨਹੀਂ ਸੀ ਲੱਗਿਆ ਅਤੇ ਉਹ 4 ਵਜੇ ਹੀ ਘਰ ਨੂੰ ਚੱਲ ਪਿਆ ਸੀ। ਅੱਜ ਜਦੋਂ ਸਵੇਰੇ ਉਹ ਕਚਹਿਰੀ ਜਾਣ ਲੱਗਿਆ ਤਾਂ ਉਸਦੀ ਪਤਨੀ ਜੱਸੀ ਨੇ ਪੁੱਛਿਆ ਸੀ, ਅੱਜ ਛੁੱਟੀ ਨਹੀਂ ਕਰ ਸਕਦੇ ਤੁਸੀਂ? ਨਹੀਂ, ਅੱਜ ਤਾਂ ਇੱਕ ਜ਼ਰੂਰੀ ਕੇਸ ਲੱਗਣਾ ਹੈ। ਤੂੰ ਦੱਸ ਕੀ ਕੰਮ ਹੈ? ਚੰਗਾ ਜਾਓ, ਪਰ ਸ਼ਾਮ ਨੂੰ ਛੇਤੀ ਆਇਓ, ਇਹ ਗੱਲ ਦੱਸੂਗੀ। ਜੱਸੀ ਨੇ ਕੋਇਆਂ ਰਾਹੀਂ ਕਨੱਖਾਂ ਝਾਕਦਿਆਂ ਤੇ ਮੁਸਕੜੀਏ ਹੱਸਦਿਆਂ ਬੁਝਾਰਤ 'ਚ ਹੀ ਪਾ ਦਿੱਤੀ। ਤੂੰ ਹੁਣੇ ਦੱਸ ਖਾਂ, ਹਰਿੰਦਰ ਨੇ ਝਿੜਕ ਤੇ ਤਰਲੇ ਦੇ ਮਿਲਵੇਂ ਭਾਵ ਨਾਲ ਕਿਹਾ, ਪਰ ਜੱਸੀ ਨਾ ਮੰਨੀ। ਸਗੋਂ ਉਸਨੇ ਤਾਂ ਜਿੱਦ ਕਰਕੇ ਗੱਲ ਨੂੰ ਰਹੱਸੀ ਬਣਾ ਦਿੱਤਾ। ਹਰਿੰਦਰ ਸਾਰਾ ਦਿਨ ਕਚਹਿਰੀ ਵਿੱਚ ਅਨੁਮਾਨ ਲਾਉਂਦਾ ਰਿਹਾ, ਪਰ ਉਸਨੂੰ ਪਤਾ ਨਾ ਲੱਗਿਆ। ਬੀਜੀ ਦੱਸ ਕੇ ਗਈ ਹੋਣੀ ਆ ਕੁਝ। ਹਰਿੰਦਰ ਨੇ ਇਹ ਇਸ ਲਈ ਸੋਚਿਆ ਕਿਉਂਕਿ ਉਸਦੀ ਸੱਸ ਅੱਜ ਹੀ ਹਰਿੰਦਰ ਦੇ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ ਨਾਨਕੇ ਲੈ ਗਈ ਸੀ। ਪਰ ਮੈਂ ਤਾਂ ਤੜਕੇ ਰੇਲਵੇ ਸਟੇਸ਼ਨ ਉੱਤੇ ਅੱਧਾ ਘੰਟਾ ਉਹਨਾਂ ਨਾਲ ਗੱਲਾਂ ਕਰਦਾ ਰਿਹਾ। ਜੇ ਕੋਈ ਗੱਲ ਹੁੰਦੀ ਤਾਂ ਉਹ ਮੈਨੂੰ ਵੀ ਦੱਸ ਦਿੰਦੀ। ਹਰਿੰਦਰ ਨੇ ਵਕੀਲਾਂ ਵਾਂਗ ਆਪਣੇ ਅੰਦਰ ਬਹਿਸ ਛੇੜ ਲਈ। ਜਾਂ ਮਹਿੰਦਰੀ ਹੁਣਾਂ ਦੇ ਆਉਣ ਬਾਰੇ ਕੋਈ ਗੱਲ ਨਾ ਹੋਵੇ। ਹਰਿੰਦਰ ਨੇ ਅਕਲ ਦਾ ਘੋੜਾ ਇੱਕ ਹੋਰ ਦਿਸ਼ਾ ਵੱਲ ਦੌੜਾਇਆ। ਹਰਿੰਦਰ ਦੀ ਸਾਲੀ ਮਹਿੰਦਰੀ ਦੇ ਵਿਆਹ ਨੂੰ 15 ਕੁ ਦਿਨ ਹੀ ਹੋਏ ਸਨ ਅਤੇ ਉਹ ਮਸੂਰੀ ਹਨੀਮੂਨ ਮਨਾਉਣ ਗਈ ਹੋਈ ਸੀ। ਅੱਜ ਉਸਨੇ ਪਟਿਆਲੇ 'ਚੋਂ ਲੰਘ ਕੇ ਆਪਣੇ ਸਹੁਰੇ ਘਰ ਨਾਭੇ ਜਾਣਾ ਸੀ। ਮੁੜਨ ਵੇਲੇ ਉਹਨਾਂ ਦੇ ਪਟਿਆਲੇ ਰੁਕਣ ਦੀ ਉਮੀਦ ਸੀ। ਸ਼ਾਇਦ ਉਹਨਾਂ ਨੇ ਚਿੱਠੀ ਵਿੱਚ ਆਪਣੇ ਹਨੀਮੂਨ ਬਾਰੇ ਕੋਈ ਅਲੋਕਾਰੀ ਗੱਲ ਲਿਖੀ ਹੋਵੇ। ਹਰਿੰਦਰ ਦੇ ਵਕੀਲ ਮਨ ਨੇ ਇਸ ਨਵੇਂ ਨੁਕਤੇ ਵਿੱਚੋਂ ਕੁਝ ਲੱਭਣ ਦਾ ਯਤਨ ਕੀਤਾ। ਹਰਿੰਦਰ ਨੂੰ ਅਫਸੋਸ ਹੋਇਆ ਕਿ ਮਹਿੰਦਰੀ ਦੀ ਕੱਲ੍ਹ ਪਹੁੰਚੀ ਚਿੱਠੀ ਉਸਨੇ ਆਪ ਕਿਉਂ ਨਾ ਪੜ੍ਹੀ। ਬੀਜੀ ਦੇ ਕੋਲ ਬੈਠੀ ਹੋਣ ਕਰਕੇ ਜੱਸੀ ਨੇ ਚਿੱਠੀ ਦੀਆਂ ਮੋਟੀਆਂ-ਮੋਟੀਆਂ 4 ਕੁ ਗੱਲਾਂ ਦੱਸ ਦਿੱਤੀਆਂ ਸਨ ਅਤੇ ਫਿਰ ਚਿੱਠੀ ਨਾਲ ਹੀ ਰਸੋਈ ਵਿੱਚ ਲੈ ਗਈ ਸੀ। ਹਰਿੰਦਰ ਅਜੇ ਵੀ ਉਸੇ ਉਧੇੜ ਬੁਣ ਵਿੱਚ ਪਿਆ ਹੋਇਆ ਸੀ ਕਿ ਜੱਸੀ ਨੇ ਆ ਕੇ ਗੇਟ ਖੋਲ੍ਹ ਦਿੱਤਾ। ਹਰਿੰਦਰ ਨੇ ਵੇਖਿਆ ਕਿ ਜੱਸੀ ਦੇ ਚਿਹਰੇ ਉੱਤੇ ਅਜੇ ਵੀ ਸਵੇਰ ਵਾਲੀ ਸ਼ਰਾਰਤੀ ਮੁਸਕਰਾਹਟ ਜਿਉਂ ਦੀ ਤਿਉਂ ਸੀ। ਉਸਨੇ ਬੜੀ ਅਦਾ ਨਾਲ ਚੋਰੀ ਜਿਹੇ ਹਰਿੰਦਰ ਵੱਲ ਤੱਕਿਆ ਅਤੇ ਫਿਰ ਨੀਵੀਂ ਪਾ ਕੇ ਖੜ ਗਈ। ਉਸਦੇ ਮਹਿੰਦੀ ਨਾਲ ਰੰਗੇ ਹੋਏ ਵਾਲਾਂ ਵਿੱਚੋਂ ਝਾਕਦੇ ਵਿਰਲੇ ਧੌਲੇ ਤਾਂਬੇ ਦੀਆਂ ਤਾਰਾਂ ਵਾਂਗ ਚਮਕ ਰਹੇ ਸਨ। ਹਰਿੰਦਰ ਦੇ ਚਿਹਰੇ ਉੱਤੇ ਹੈਰਾਨੀ ਅਤੇ ਅਚਵੀ ਦੇ ਭਾਵ ਪੜ੍ਹਦਿਆਂ ਜੱਸੀ ਨੂੰ ਅੰਦਰੋਂ ਹਲਾਸ ਜਿਹਾ ਮਹਿਸੂਸ ਹੋਇਆ। ਉਹ ਸ਼ਰਾਰਤੀ ਅਦਾ ਨਾਲ ਲੱਕ ਮਟਕਾਉਂਦੀ ਕਾਹਲੀ ਨਾਲ ਬੈੱਡਰੂਮ ਵੱਲ ਆ ਗਈ। ਘੰਟਾ ਗੇਟ ਹੀ ਨਹੀਂ ਖੋਲ੍ਹਿਆ, ਕੀ ਕਰੀ ਜਾਂਦੀ ਸੈਂ? ਹਰਿੰਦਰ ਨੇ ਉਤਾਵਲੇਪਣ ਨਾਲ ਪੁੱਛਿਆ। ਨਹਾਉਂਦੀ ਸੀ, ਨਾਲੇ ਮੈਨੂੰ ਕੀ ਪਤਾ ਸੀ ਐਡੇ ਇਸ ਵਕਤ ਹੀ ਆ ਜਾਓਗੇ। ਅੱਗੇ ਕਦੇ 9 ਵਜੇ ਤੋਂ ਪਹਿਲਾਂ ਨਹੀਂ ਆਏ। ਲੈ, ਹੈ ਚਲਾਕੋ ਨਾ ਹੋਵੇ, ਆਪ ਤਾਂ ਆਖਿਆ ਸੀ ਛੇਤੀ ਆਉਣ ਨੂੰ। ਮੈਂ ਤਾਂ ਸਗੋਂ ਜ਼ਰੂਰੀ ਕੰਮ ਛੱਡ ਕੇ ਆਇਆ। ਜੇ 2-4 ਵਾਰੀ ਇਉਂ ਹੀ ਵਾਅਦੇ ਉੱਤੇ ਪੂਰੇ ਉਤਰੇ ਨਾ ਤਾਂ ਯਕੀਨ ਆਊ। ਅੱਗੇ ਤਾਂ ਕਦੇ ਮੇਰੀ ਗੱਲ ਹੀ ਨਹੀਂ ਗੌਲੀ। ਬੰਦਾ ਭਾਵੇਂ ਜਨਾਨੀ ਨੂੰ ਸਤਰੰਗੀ ਪੀਂਗ ਦਾ ਝੂਟਾ ਵੀ ਦਵਾ ਦੇ ਨਾ, ਉਹ ਨਾ ਖੁਸ਼ ਹੋਵੇ। ਭਲਾ ਅੱਗੇ ਤੇਰੀ ਕਿਹੜੀ ਗੱਲ ਨਹੀਂ ਗੌਲੀ? ਹੋਇਆ ਕੋਠੀਆਂ ਕਾਰਾਂ ਤੈਨੂੰ ਬਿਨਾਂ ਗੋਲਣ ਤੋਂ ਬਣਾਤੀਆਂ। ਲੈ, ਤੁਸੀਂ ਤਾਂ ਹੋਰ ਹੀ ਪਾਸੇ ਗੱਲ ਨੂੰ ਲੈ ਜਾਂਦੇ ਹੋ। ਮੈਂ ਤਾਂ ਐਵੇਂ ਹਾਸੇ 'ਚ ਕਿਹਾ ਸੀ। ਗੱਲ ਨੂੰ ਉਲਟ ਪਾਸੇ ਜਾਂਦੀ ਵੇਖ ਕੇ ਜੱਸੀ ਪਾਣੀ ਦਾ ਗਲਾਸ ਲੈਣ ਜਾਂਦੀ ਰਹੀ। ਪਾਣੀ ਦਾ ਗਲਾਸ ਉਸਨੇ ਹੱਥ ਦੀ ਤਲੀ ਉੱਤੇ ਰੱਖ ਕੇ ਇਉਂ ਪੇਸ਼ ਕੀਤਾ ਜਿਵੇਂ ਹੋਟਲ ਵਿੱਚ ਵੇਟਰ ਪੈਗ ਵਾਲੀ ਟਰੇ ਪੇਸ਼ ਕਰਦਾ ਹੈ। ਉਹ ਪਾਣੀ ਪੀਂਦੇ ਹਰਿੰਦਰ ਦੇ ਨਾਲ ਲੱਗ ਕੇ ਅਤੇ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਇਉਂ ਖੜ ਗਈ ਜਿਵੇਂ ਹਨੀਮੂਨ 'ਤੇ ਗਏ ਜੋੜੇ ਨੇ ਫੋਟੋ ਖਿਚਵਾਉਣ ਲਈ ਪੋਜ ਬਣਾਇਆ ਹੋਵੇ। ਹਾਂ, ਹੁਣ ਦੱਸ ਉਹ ਗੱਲ ਜਿਹਨੇ ਮੇਰੀ ਸਾਰੀ ਦਿਹਾੜੀ ਗੁੱਲ ਕੀਤੀ ਹੈ। ਹਰਿੰਦਰ ਦਾ ਅੰਦਰਲਾ ਕਾਲਾਪਣ ਬੋਲਿਆ। ਇਹ ਕਾਲਾਪਣ ਉਸਦੇ ਸੁਭਾਅ ਦਾ ਅੰਗ ਸੀ। ਆਪਣੇ ਨਿਸ਼ਾਨੇ ਦੀ ਸੇਧ ਵਿੱਚ ਉਹ ਇੰਨੀ ਕਾਹਲੀ ਨਾਲ ਚੱਲਦਾ ਸੀ ਕਿ ਆਸੇ-ਪਾਸੇ ਦੀਆਂ ਹੋਰ ਗੱਲਾਂ ਵੱਲ ਉਸਦਾ ਧਿਆਨ ਹੀ ਨਹੀਂ ਰਹਿੰਦਾ ਸੀ। ਉਸਦੀ ਤਰੱਕੀ ਦਾ ਵੀ ਇਹੀ ਰਾਜ਼ ਸੀ, ਪਰ ਇਸ ਤਰੱਕੀ ਦੇ ਨਿਸ਼ਾਨੇ ਉੱਤੇ ਉਹ ਇੰਨਾ ਕੇਂਦਰਿਤ ਹੋ ਗਿਆ ਸੀ ਕਿ ਆਸੇ-ਪਾਸੇ ਪਤਨੀ, ਬੱਚੇ ਅਤੇ ਰਿਸ਼ਤੇਦਾਰਾਂ ਵੱਲ ਘੱਟ ਹੀ ਵੇਖ ਸਕਿਆ ਸੀ। ਉਸਦਾ ਅੱਜ ਦੇ ਦਿਨ ਦਾ ਨਿਸ਼ਾਨਾ ਜੱਸੀ ਦੀ ਗੱਲ ਬਾਰੇ ਜਾਣਨ ਦਾ ਹੀ ਬਣ ਗਿਆ ਸੀ। ਹੋਰ ਕਿਸੇ ਗੱਲ ਵਿੱਚ ਉਸਦਾ ਮਨ ਨਹੀਂ ਸੀ ਲੱਗਦਾ। ਦੱਸੂਗੀ ਆਰਾਮ ਨਾਲ, ਪਹਿਲਾਂ ਨਹਾ ਧੋ ਤਾਂ ਲਓ। ਜੱਸੀ ਦੇ ਗੱਲ ਨੂੰ ਹੋਰ ਲਟਕਾਉਣ ਨਾਲ ਹਰਿੰਦਰ ਨੂੰ ਖਿੱਚ ਚੜ੍ਹ ਗਈ। ਜਾ ਪਰੇ, ਮੈਂ ਨਹੀਂ ਸੁਣਦਾ ਤੇਰੀ ਗੱਲ। ਇਹੋ ਜਿਹੀ ਪਾਲੇ ਮਾਰੀ ਗੱਲ ਹੋਊਗੀ। ਹਰਿੰਦਰ ਲਾਪਰਵਾਹੀ ਦਿਖਾਉਂਦਿਆਂ ਬਾਥਰੂਮ ਵਿੱਚ ਜਾ ਵੜਿਆ, ਪਰ ਉਸਦੇ ਅੰਦਰੋਂ ਗੱਲ ਜਾਣਨ ਦੀ ਉਤਸੁਕਤਾ ਖਤਮ ਨਾ ਹੋਈ।
ਜੱਸੀ ਉਸ ਨੂੰ ਖਿਜਾ ਕੇ ਅਜੇ ਹੋਰ ਮਜ਼ਾ ਲੈਣ ਦੇ ਮੂਡ ਵਿੱਚ ਸੀ। ਉਹ ਹਰਿੰਦਰ ਵੱਲੋਂ ਬੇਧਿਆਨ ਹੋਣ ਦਾ ਬਹਾਨਾ ਕਰਦੀ ਲਾਨ ਵੱਲ ਆ ਗਈ। ਜੱਸੀ ਨੇ ਬਾਹਰ ਨਿਕਲ ਕੇ ਵੇਖਿਆ, ਲਾਨ ਵਿੱਚ ਪੂਰੀ ਤਰ੍ਹਾਂ ਛਾਂ ਨਹੀਂ ਸੀ ਆਈ, ਪਰ ਸੂਰਜ ਢਾਲੇ ਪੈ ਜਾਣ ਕਾਰਨ ਕੰਧ ਦਾ ਪਰਛਾਵਾਂ ਲਾਨ ਵਿੱਚ ਕਾਫੀ ਸੀ। ਜੱਸੀ ਨੇ ਅੱਜ ਸਵੇਰੇ ਹੀ ਲਾਨ ਨੂੰ ਪਾਣੀ ਦਿੱਤਾ ਸੀ। ਘਾਹ ਦੀਆਂ ਤਿੜਾਂ ਵਿੱਚ ਨਵੀਂ ਜਾਨ ਪੈ ਗਈ ਸੀ। ਥੋੜੀ ਥੋੜੀ ਹਵਾ ਰੁਮਕ ਰਹੀ ਸੀ, ਇਸ ਲਈ ਲਾਨ 'ਚ ਬੈਠਿਆ ਜਾ ਸਕਦਾ ਸੀ। ਜੱਸੀ ਨੇ ਬਾਂਸ ਦੀਆਂ ਕੁਰਸੀਆਂ ਤੇ ਛੋਟਾ ਮੇਜ਼ ਬਾਹਰ ਕੱਢ ਲਏ ਅਤੇ ਬੈਠ ਕੇ ਹਰਿੰਦਰ ਦੀ ਉਡੀਕ ਬੜੀ ਬੇਸਬਰੀ ਨਾਲ ਕਰਨ ਲੱਗੀ। ਉਸ ਦਾ ਧਿਆਨ ਬੇਸੰਭਾਲੇ ਬੂਟਿਆਂ ਵੱਲ ਗਿਆ, ਜਿਨ੍ਹਾਂ ਦੇ ਮੁੱਢਾਂ ਕੋਲ ਝੜੇ ਪੱਤਿਆਂ ਤੇ ਫੁੱਲ ਪੱਤੀਆਂ ਦਾ ਕੂੜਾ ਇਕੱਠਾ ਹੋਇਆ ਪਿਆ ਸੀ। ਪਰ ਕੋਈ ਕੁਰਤਾ ਜਿਹਾ ਫੁੱਲ ਅਜੇ ਵੀ ਕਿਸੇ ਬੂਟੇ ਦੀ ਟੀਸੀ ਉੱਤੇ ਇਉਂ ਟਹਿਕ ਰਿਹਾ ਸੀ, ਜਿਵੇਂ ਕੋਈ ਤੁਰਲੇ ਵਾਲੀ ਪੱਗ ਬੰਨ੍ਹ ਕੇ ਆਕੜਿਆ ਖੜਾ ਹੋਵੇ। ਜੱਸੀ ਨੂੰ ਲਾਨ ਦੀ ਖਸਤਾ ਹਾਲਤ ਵੇਖ ਕੇ ਆਪਣੇ ਆਪ ਉੱਤੇ ਗੁੱਸਾ ਆਇਆ। ਹਰਿੰਦਰ ਤਾਂ ਇੱਥੇ ਵੀ ਫਰਸ਼ ਹੀ ਲਵਾਉਣ ਲੱਗਿਆ ਸੀ। ਉਸ ਨੂੰ ਫੁੱਲ ਬੂਟਿਆਂ ਦਾ ਕੋਈ ਖਾਸ ਸ਼ੌਂਕ ਨਹੀਂ। ਜੱਸੀ ਨੇ ਕਹਿ ਕੇ ਲਾਨ ਲਈ ਥਾਂ ਛਡਵਾਈ ਸੀ ਤੇ ਹੁਣ ਸੰਭਾਲ ਖਣੋਂ ਹੀ ਲਾਨ ਦੀ ਮੰਦੀ ਹਾਲਤ ਵੇਖ ਕੇ ਉਸਨੇ ਸੋਚਿਆ ਕਿ ਅੱਗੇ ਤੋਂ ਹਰੇਕ ਐਤਵਾਰ ਨੂੰ ਉਹ ਲਾਨ ਦੀ ਦੇਖਭਾਲ ਕਰਿਆ ਕਰੇਗੀ ਤੇ ਇਸ ਨੂੰ ਫੁੱਲਾਂ ਨਾਲ ਭਰ ਦੇਵੇਗੀ। ਬਾਕੀ 6 ਦਿਨ ਤਾਂ ਉਸ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਲੰਘ ਜਾਂਦੇ ਨੇ। ਸਵੇਰੇ ਉੱਠਣ ਸਾਰ 2 ਬੱਚਿਆਂ ਨੂੰ ਸਕੂਲ ਭੇਜਦੀ, ਫਿਰ ਹਰਿੰਦਰ ਦਾ ਲੀੜਾ ਕੱਪੜਾ ਤਿਆਰ ਕਰਕੇ ਅਤੇ ਬ੍ਰੇਕਫਾਸਟ ਕਰਵਾ ਕੇ ਆਪ ਸਕੂਲ ਜਾਂਦੀ। ਦੁਪਹਿਰੇ ਮੁੜਦੀ ਤਾਂ ਬੱਚਿਆਂ ਨੂੰ ਖਾਣਾ ਖਵਾਉਂਦਿਆਂ ਤੇ ਹੋਮਵਰਕ ਕਰਵਾਉਂਦਿਆਂ ਸ਼ਾਮ ਪੈ ਜਾਂਦੀ। ਮਸਾਂ ਹੀ ਹਰਿੰਦਰ ਦੇ ਆਉਣ ਤੋਂ ਪਹਿਲਾਂ ਖਲਾਰਾ ਸਾਂਭਦੀ ਅਤੇ ਫਿਰ ਰਾਤ ਦੇ 10 ਵਜੇ ਤੱਕ ਰਸੋਈ 'ਚ ਵੜੀ ਰਹਿੰਦੀ। ਉਸ ਨੂੰ ਲਾਨ 'ਚ ਬੈਠਿਆਂ ਕੁਝ ਗਰਮੀ ਮਹਿਸੂਸ ਹੋਈ ਤਾਂ ਉਸਨੇ ਰੇੜੂ ਕੂਲਰ ਦਾ ਮੂੰਹ ਲਾਨ ਵੱਲ ਫੇਰ ਲਿਆ। ਉਸ ਦਾ ਮਨ ਕੀਤਾ ਕਿ ਉੱਠ ਕੇ ਬਾਥਰੂਮ ਦਾ ਬੂਹਾ ਖੜਕਾ ਕੇ ਹਰਿੰਦਰ ਨੂੰ ਛੇਤੀ ਬਾਹਰ ਨਿਕਲਣ ਲਈ ਆਖੇ, ਪਰ ਉਸ ਦੀ ਖਿੱਚ ਤੋਂ ਡਰਦੀ ਬੈਠੀ ਰਹੀ। ਸੂਰਜ ਦੇ ਢਲਣ ਨਾਲ ਲਾਨ ਵਿੱਚ ਪਰਛਾਵਾਂ ਦੂਰ ਤੱਕ ਫੈਲ ਗਿਆ ਸੀ, ਪਰ ਸਾਹਮਣੀ ਕਲੀ ਕੀਤੀ ਕੰਧ ਉੱਤੇ ਅਜੇ ਵੀ ਧੁੱਪ ਦੀ ਇੱਕ ਕਾਤਰ ਸ਼ੀਸ਼ੇ ਵਾਂਗ ਚਮਕ ਰਹੀ ਸੀ। ਉਸ ਕਾਤਰ ਦੇ ਚਿੱਟੇਪਣ ਵਿੱਚ ਸੰਧੂਰੀ ਭਾ ਰਲੀ ਹੋਈ ਸੀ। ਉਹ ਸੰਧੂਰੀ ਭਾ ਜਿਵੇਂ ਜੱਸੀ ਅੰਦਰ ਹਲੂਣਾ ਮਾਰ ਗਈ। ਜੱਸੀ ਦੋਵੇਂ ਲੱਤਾਂ ਮੇਜ਼ ਉੱਤੇ ਰੱਖ ਕੇ ਅੱਧ ਲੇਟੀ ਹਾਲਤ ਵਿੱਚ ਬੈਠ ਗਈ। ਸਲਵਾਰ ਦੇ ਉਤਾਂਹ ਖਿੱਚੇ ਜਾਣ ਕਾਰਨ ਉਸ ਦੀਆਂ ਪਿੰਜੜੀਆਂ ਕੁਝ ਨੰਗੀਆਂ ਹੋ ਗਈਆਂ। ਉਸ ਨੂੰ ਆਪਣੀਆਂ ਗੋਰੀਆਂ ਤੇ ਸਡੌਲ ਪਿੰਜੜੀਆਂ ਵੇਖ ਕੇ ਅੰਦਰ ਝਰਨਾਹਟ ਜਿਹੀ ਮਹਿਸੂਸ ਹੋਈ। ਉਸ ਨੂੰ ਜਾਪਿਆ ਕਿ ਉਸ ਦੇ ਵਿਰਲੇ ਵਾਂਝੇ ਧੌਲਿਆਂ ਤੋਂ ਇਲਾਵਾ ਅਜੇ ਬੁਢਾਪੇ ਦਾ ਕੋਈ ਵੀ ਹੋਰ ਉੱਭਰਵਾਂ ਚਿੰਨ੍ਹ ਨਹੀਂ ਸੀ। ਧੌਲਿਆਂ ਦਾ ਵੀ ਉਸ ਨੂੰ ਉਦੋਂ ਪਤਾ ਲੱਗਦਾ ਜਦੋਂ ਉਹ ਰੁਝੇਵੇਂ ਕਰਕੇ ਕਈ ਦਿਨ ਮਹਿੰਦੀ ਲਾਉਣ ਤੋਂ ਪਛੜ ਜਾਂਦੀ। ਉਸ ਨੂੰ ਕਿਸੇ ਲੋਕ ਗੀਤ ਦਾ ਮੁਖੜਾ ਯਾਦ ਆਇਆ, ਜਿਸ ਵਿੱਚ ਬੁਢਾਪੇ ਦਾ ਸਬੰਧ ਸਰੀਰ ਨਾਲੋਂ ਵੱਧ ਮਨ ਨਾਲ ਮੰਨਿਆ ਗਿਆ ਸੀ, ਪਰ ਉਸ ਨੂੰ ਉਹ ਸਤਰਾਂ ਪੂਰੀ ਤਰ੍ਹਾਂ ਯਾਦ ਨਾ ਆ ਸਕੀਆਂ। ਉਸ ਨੇ ਸੋਚਿਆ ਇਹ ਗੱਲ ਸੱਚ ਹੈ ਕਿ ਹਰਿੰਦਰ ਦੇ ਅਜੇ ਕੋਈ ਧੌਲਾ ਨਹੀਂ ਆਇਆ, ਪਰ ਉਸ ਦੇ ਅੰਦਰ ਬੁਢਾਪਾ ਪੈਰ ਪਸਾਰਨ ਲੱਗ ਪਿਆ ਸੀ। ਉਸ ਨੇ ਸੋਚਿਆ ਧੌਲਿਆਂ ਨਾਲ ਬੁਢਾਪੇ ਦਾ ਕੋਈ ਸਬੰਧ ਨਹੀਂ। ਧੌਲੇ ਤਾਂ ਉਸ ਦੇ ਕਾਲਜ ਵਿੱਚ ਪੜ੍ਹਦਿਆਂ ਹੀ ਆ ਗਏ ਸਨ। ਯੂਨੀਵਰਸਿਟੀ ਵਿੱਚ ਜਾ ਕੇ ਉਹ ਮਹਿੰਦੀ ਲਾਉਣ ਲੱਗ ਪਈ ਸੀ। ਹਰਿੰਦਰ ਨੂੰ ਕਈ ਮਿਲਣੀਆਂ ਤੋਂ ਬਾਅਦ ਵੀ ਪਤਾ ਨਹੀਂ ਲੱਗਿਆ ਸੀ ਕਿ ਉਹ ਮਹਿੰਦੀ ਲਾਉਂਦੀ ਹੈ। ਉਸ ਨੇ ਆਪ ਹੀ ਦੱਸਿਆ ਸੀ ਤਾਂ ਹਰਿੰਦਰ ਨੇ ਸ਼ਰਾਰਤ ਨਾਲ ਆਖਿਆ ਸੀ, ਤੂੰ ਮਹਿੰਦੀ ਲਾ ਕੇ ਪੇਂਡੂ ਬੰਦਾ ਠੱਗ ਲਿਆ ਬੁੱਢੀ ਠੇਰੀ ਨੇ। ਤਾਂ ਹੀ ਤਾਂ ਆਂਦੇ ਨੇ ਨਾ, ਸ਼ਹਿਰ ਨਾਲ ਸ਼ਤਾਨ ਹੁੰਦੀਆਂ। ਬੰਦੇ ਦਾ ਦਿਲ ਜਵਾਨ ਚਾਹੀਦਾ। ਸਾਡੇ ਸਾਹਿਤ ਪੜ੍ਹਨ ਵਾਲਿਆਂ ਦੇ ਦਿਲ ਸਦਾ ਹੀ ਜਵਾਨ ਰਹਿੰਦੇ ਆ। ਸੋਡੇ ਲਾਹ ਵਾਲਿਆਂ ਨੇ ਸਾਰੀ ਉਮਰ ਦਿਮਾਗ ਨਾਲ ਮਗਜ ਪੱਚੀ ਕਰਨੀ ਹੈ, ਦਿਲ ਦੀ ਗੱਲ ਕਦੇ ਸੁਣਨੀ ਨਹੀਂ। ਬੁਢਾਪਾ ਉਹ ਛਾਲਾ ਮਾਰਦਾ। ਜੱਸੀ ਨੇ ਹੱਸ ਕੇ ਮੋੜ ਦਿੱਤਾ। ਜੱਸੀ ਦਾ ਮਨ ਕੀਤਾ ਕਿ ਇਹੋ ਗੱਲ ਬਾਥਰੂਮ ਵਿੱਚ ਜਾ ਕੇ ਹਰਿੰਦਰ ਨੂੰ ਤੁਰੰਤ ਦੱਸੇ, ਪਰ ਇਹੋ ਜਿਹੀਆਂ ਨਿੱਕੀਆਂ ਗੱਲਾਂ ਸਦਾ ਉਸ ਦੇ ਮਨ ਵਿੱਚ ਹੀ ਰਹਿ ਜਾਂਦੀਆਂ ਸਨ। ਹਰਿੰਦਰ ਨੂੰ ਇਹਨਾਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਤਾਂ ਇਹੋ ਜਿਹੀ ਗੱਲ ਸੁਣ ਕੇ ਅੱਗੋਂ ਖਿੱਚ ਕੇ ਆਖ ਦਿੰਦਾ ਸੀ, ਕਿਉਂ ਐਵੇਂ ਕਬਰਾਂ 'ਚੋਂ ਮੁਰਦੇ ਕੱਢਦੀ ਰਹਿੰਦੀ ਹੈ। ਜੱਸੀ ਨੇ ਸੋਚਿਆ, ਹਰਿੰਦਰ ਨੂੰ ਸਿਰਫ ਭਵਿੱਖ ਹੀ ਕਿਉਂ ਚੰਗਾ ਲੱਗਦਾ ਹੈ, ਵਰਤਮਾਨ ਵੱਲ ਉਸ ਦਾ ਧਿਆਨ ਕਿਉਂ ਨਹੀਂ, ਅਤੀਤ ਤੋਂ ਉਹ ਕਿਉਂ ਤਰੈਂਦਾ ਹੈ। ਉਸ ਨੇ ਜਵਾਬ ਵਿੱਚ ਆਪ ਹੀ ਤਰਕ ਲੱਭਿਆ, ਇਹ ਸ਼ਾਇਦ ਇਸੇ ਕਰਕੇ ਹੈ ਕਿਉਂਕਿ ਉਸ ਦਾ ਅਤੀਤ ਬੜਾ ਹਨੇਰਾ ਹੈ। ਹਰਿੰਦਰ ਨੇ ਛੋਟੀ ਕਿਸਾਨੀ ਵਿੱਚੋਂ ਉੱਠ ਕੇ ਕਿਵੇਂ ਲਾਹ ਕੀਤਾ ਤੇ ਫਿਰ ਪੂਰੇ 10 ਸਾਲਾਂ ਵਿੱਚ ਪ੍ਰੈਕਟਿਸ ਚਲਾਉਂਦਿਆਂ ਕੀ ਕਸ਼ਟ ਭੋਗਣੇ ਪਏ, ਇਸ ਅਤੀਤ ਬਾਰੇ ਸੋਚਣਾ ਉਸ ਨੂੰ ਕਸ਼ਟਦਾਇਕ ਲੱਗਦਾ ਹੋਵੇਗਾ। ਪਰ ਜੱਸੀ ਨੇ ਵੀ ਉਹ ਸਾਰਾ ਕੁਝ ਹਰਿੰਦਰ ਦੇ ਨਾਲ ਹੀ ਭੋਗਿਆ ਸੀ ਅਤੇ ਆਪਣੀ ਹਰ ਸਦਰ ਮਾਰ ਕੇ ਉਹ ਪਰਣ ਵੀ ਪਗਾਇਆ ਸੀ, ਜਿਹੜਾ ਲਵ ਮੈਰਿਜ ਕਰਾਉਣ ਵੇਲੇ ਹਰਿੰਦਰ ਨਾਲ ਕੀਤਾ ਸੀ ਕਿ ਚੰਗੀ ਤਰ੍ਹਾਂ ਸੈੱਟ ਹੋਣ ਤੱਕ ਮੈਂ ਤੇਰੇ ਤੋਂ ਕੋਈ ਵੀ ਮੰਗ ਨਹੀਂ ਕਰੂੰਗੀ, ਜਿਵੇਂ ਰੱਖੇਂਗਾ ਉਵੇਂ ਹੀ ਰਹੂੰਗੀ। ਪਰ ਇਸ ਦੇ ਬਾਵਜੂਦ ਵੀ ਉਸ ਨੂੰ ਅਤੀਤ ਨਾਲ ਹਰਿੰਦਰ ਵਰਗੀ ਨਫ਼ਰਤ ਨਹੀਂ ਸੀ, ਸਗੋਂ ਉਹ ਤਾਂ ਉਹਨਾਂ ਗੱਲਾਂ ਤੇ ਹੁਣ ਵੀ ਹੱਸ ਲੈਂਦੀ ਸੀ ਜਿਹੜੀਆਂ ਉਦੋਂ ਜ਼ਿੰਦਗੀ ਮੌਤ ਦਾ ਸਵਾਲ ਜਾਪਦੀਆਂ ਸਨ। ਇਹੋ ਜਿਹੀ ਗੱਲ ਜੱਸੀ ਨੂੰ ਹੁਣ ਵੀ ਯਾਦ ਆ ਰਹੀ ਸੀ, ਜਿਸ ਬਾਰੇ ਸੋਚ ਕੇ ਉਸ ਦੇ ਚਿਹਰੇ ਉੱਤੇ ਮੁਸਕਰਾਹਟ ਫੈਲ ਗਈ। ਜਿਨ੍ਹਾਂ ਦਿਨਾਂ ਵਿੱਚ ਜੱਸੀ ਮਕਲਾਵੇ ਆਈ ਸੀ, ਉਹਨਾਂ ਦਿਨਾਂ ਵਿੱਚ ਜੁਲਾਈ ਦਾ ਹੁਮਸ ਜਾਨ ਕੱਢ ਰਿਹਾ ਸੀ। ਗਾੜੇ ਪਸੀਨੇ ਨਾਲ ਸਰੀਰ ਚਿਪ ਕਰਦੇ ਸਨ। ਉੱਤੋਂ ਬਿਜਲੀ ਬੰਦ ਹੋ ਗਈ। ਹਰਿੰਦਰ ਹੋਰਾਂ ਦੀ ਸੁਹਾਗਰਾਤ ਸੀ ਅਤੇ ਮੰਜੇ ਚੌਂਤਰੇ ਦੀ ਕੰਧੋਲੀ ਦੀ ਓਟ ਵਿੱਚ ਡਾਹੇ ਸਨ। ਬਾਕੀ ਟੱਬਰ ਕੰਧੋਲੀ ਦੇ ਦੂਜੇ ਪਾਸੇ ਵਿਹੜੇ ਵਿੱਚ ਪਿਆ ਸੀ। ਜੱਸੀ ਦੇ ਪੇਕੇ ਘਰ ਵਿੱਚ ਸਾਰੇ ਜੀ ਆਪੋ ਆਪਣੇ ਕਮਰਿਆਂ ਵਿੱਚ ਸੌਂਦੇ ਸਨ, ਇਸ ਲਈ ਖੁੱਲ੍ਹੇ ਆਕਾਸ਼ ਥੱਲੇ ਸੁਹਾਗਰਾਤ ਮਨਾਉਣ ਵਾਲੀ ਗੱਲ ਉਸ ਨੂੰ ਓਪਰੀ ਲੱਗ ਰਹੀ ਸੀ। ਜਦੋਂ ਹਰਿੰਦਰ ਕੋਈ ਗੱਲ ਕਰਨ ਲੱਗਦਾ
ਤਾਂ ਜੱਸੀ ਉਹਨਾਂ ਦੀ ਆਵਾਜ਼ ਵਿਹੜੇ 'ਚ ਸੁਣਨ ਤੋਂ ਡਰਦੀ ਉਸ ਦੇ ਮੂੰਹ ਉੱਤੇ ਹੱਥ ਰੱਖ ਦਿੰਦੀ। ਕਾਲੇ ਹਰਿੰਦਰ ਨੇ ਜੱਸੀ ਦੀ ਬਾਂਹ ਫੜ ਕੇ ਉਸ ਨੂੰ ਆਪਣੇ ਮੰਜੇ 'ਤੇ ਖਿੱਚਣ ਦਾ ਯਤਨ ਕੀਤਾ ਤਾਂ ਮੰਜੇ ਦੀ ਬਾਹੀ ਦੀ ਜਰਕ ਦਾ ਖੜਕਾ ਵਿਹੜੇ ਤੱਕ ਗਿਆ। ਕੀ ਕਰਦੇ ਹੋ ਜੀ? ਸਾਰਾ ਕੁਝ ਵਿਹੜੇ 'ਚ ਸੁਣੀ ਜਾਂਦਾ ਹੋਣਾ। ਜੱਸੀ ਨੇ ਘੁਸਰ-ਮੁਸਰ ਕਰਦਿਆਂ ਬਾਂਹ ਛਡਾਉਣ ਦੀ ਕੋਸ਼ਿਸ਼ ਕੀਤੀ। ਓਏ ਸੁਣਦਾ ਤਾਂ ਸੁਣੀ ਜਾਵੇ, ਆਪਾਂ ਨੂੰ ਕਿਸੇ ਦਾ ਡਰ ਮਾਰਿਆ? ਸਾਡੇ ਤਾਏ ਚਾਚਿਆਂ ਦੇ ਜਵਾਕ ਤਾਂ ਇਸ ਕੰਧੋਲੀ ਲਈ ਬਣੇ ਆ ਸਾਰੇ। ਹਰਿੰਦਰ ਨੇ ਲਾਪਰਵਾਹੀ ਤੇ ਸ਼ਰਾਰਤ ਨਾਲ ਜਾਣ ਬੁੱਝ ਕੇ ਉੱਚੀ ਦੇਣੇ ਕਿਹਾ। ਮੈਂ ਨਹੀਂ ਇੱਥੇ। ਜੱਸੀ ਨੇ ਜਿੱਦ ਕਰ ਲਈ। ਉਹ ਚੱਲ ਇੱਥੇ ਨਹੀਂ ਤਾਂ ਆਪਾਂ ਮਸੂਰੀ ਚੱਲਦੇ ਹਾਂ ਹਨੀਮੂਨ ਮਨਾਉਣ। ਹਰਿੰਦਰ ਨੂੰ ਨਵੀਂ ਸਕੀਮ ਸੁੱਝੀ। ਕੱਲ ਨੂੰ? ਨਾ ਹੁਣੇ ਹੀ। ਹੁਣ ਕਿਵੇਂ? ਜੱਸੀ ਨੂੰ ਹਰਿੰਦਰ ਦਾ ਪੇਂਡੂ ਮਜ਼ਾਕ ਸਮਝ ਨਾ ਆਇਆ। ਚੱਲ ਮੰਜਾ ਫੜ ਪੈਂਦ ਬੰਨਿਓ। ਹਰਿੰਦਰ ਮੰਜਾ ਚੁੱਕ ਕੇ ਚੌਂਤਰੇ ਨਾਲ ਦੀ ਸਵਾਤ ਵਿੱਚ ਲੈ ਗਿਆ। ਸਵਾਤ ਭਾਵੇਂ ਵਿਆਹ ਕਰਕੇ ਸਵਾਰੀ ਹੋਈ ਸੀ, ਪਰ ਉਂਝ ਇਹ ਤੂੜੀ ਵਾਲੀ ਸੀ। ਬਿਜਲੀ ਨਾ ਹੋਣ ਕਰਕੇ ਸਵਾਤ ਵਿੱਚ ਹਨੇਰ ਕੁੱਪ ਤੇ ਅੰਤਾਂ ਦੀ ਪੜਾਸ ਸੀ। ਗਰਮੀ ਨਾਲ ਜੱਸੀ ਬੌਂਦਲਣ ਵਾਲੀ ਹੋ ਗਈ। ਜਦੋਂ ਬਾਹਰ ਨਿਕਲੇ ਤਾਂ ਮੁੜਕੋ ਮੁੜਕੀ ਹੋਈ ਜੱਸੀ ਨੇ ਮਜ਼ਾਕ ਨਾਲ ਕਿਹਾ, ਵਾਹ, ਅੱਜ ਪਹਿਲੀ ਵਾਰ ਵੇਖੀ ਆ ਜੱਟਾਂ ਦੀ ਮਸੂਰੀ। ਅਤੇ ਦੋਵੇਂ ਜ਼ੋਰ-ਜ਼ੋਰ ਦੀ ਹੱਸ ਪਏ। ਹੋ ਕਿਵੇਂ ਕਮਲਿਆਂ ਵਾਂਗੂ ਕੱਲੀ ਹੱਸੀ ਜਾਂਦੀ ਐ? ਗਿੱਲੇ ਕੇਸਾਂ ਨੂੰ ਛਣਦਿਆਂ ਲਾਨ 'ਚ ਆ ਖੜੇ ਹਰਿੰਦਰ ਨੇ ਕਿਹਾ ਤਾਂ ਜੱਸੀ ਹੋਰ ਵੀ ਉੱਚੀ ਖਿੜਖੜਾ ਕੇ ਹੱਸ ਪਈ। ਜੱਟਾਂ ਦੀ ਮਸੂਰੀ ਯਾਦ ਆ ਗਈ ਸੀ। ਜੱਸੀ ਅਜੇ ਵੀ ਹੱਸ ਲੋਟਪੋਟ ਹੋ ਰਹੀ ਸੀ। ਐਵੇਂ ਹੋਰ ਹੀ ਕੂੜ-ਕਬਾੜ ਸੋਚਦੀ ਰਹਿੰਦੀ ਐ। ਹਰਿੰਦਰ ਦੀ ਖਿਝ ਅਜੇ ਲੱਥੀ ਨਹੀਂ ਸੀ। ਉਸਨੇ ਜੱਸੀ ਦਾ ਧਿਆਨ ਹੋਰ ਪਾਸੇ ਲਾਉਣ ਅਤੇ ਆਪਣੀ ਉਤਸੁਕਤਾ ਖਤਮ ਕਰਨ ਲਈ ਫਿਰ ਪੁੱਛਿਆ, ਪਹਿਲਾਂ ਉਹ ਗੱਲ ਦੱਸ ਸਵੇਰ ਵਾਲੀ। ਜੇ ਹੁਣ ਐਵੇਂ ਬੁਝਾਰਤ ਜਿਹੀ ਪਾਈ ਨਾ ਤਾਂ ਵੇਖਦੀ ਰਹੀਂ ਕਿਵੇਂ ਹੁੰਦੀ ਹੈ ਤੇਰੇ ਨਾਲ। ਪਹਿਲਾਂ ਪ੍ਰਾਮਿਸ ਕਰੋ ਵੀ ਗੁੱਸਾ ਨਹੀਂ ਕਰੋਗੇ। ਜੱਸੀ ਨੇ ਆਪਣਾ ਹੱਥ ਅੱਗੇ ਵਧਾਇਆ। ਲੈ ਬਾਬਾ ਪ੍ਰਾਮਿਸ। ਹਰਿੰਦਰ ਨੇ ਬੇਬਸੀ ਜੀ ਨਾਲ ਉਸ ਦੇ ਹੱਥ ਉੱਤੇ ਹੱਥ ਮਾਰ ਕੇ ਵਚਨ ਦਿੱਤਾ। ਉਹ ਜੀ, ਮੈਂ ਰਾਤ ਇਹ ਸੋਚਿਆ ਬਈ ਜਿੰਨੇ ਦਿਨ ਬੱਚੇ ਨਾਨਕੀ ਗਏ ਐ ਆਪਾਂ ਵੀ ਮਸੂਰੀ ਚੱਲੀਏ। ਜੱਸੀ ਨੇ ਕੁਰਸੀ ਤੋਂ ਉੱਠ ਕੇ ਹਰਿੰਦਰ ਦੇ ਮੋਢੇ ਨਾਲ ਬੱਚਿਆਂ ਵਾਂਗ ਸਿਰ ਲਾਉਂਦਿਆਂ ਤਰਲੇ ਅਤੇ ਚਾਅ ਦੇ ਰਲੇ ਮਿਲੇ ਭਾਵਾਂ ਨਾਲ ਕਿਹਾ। ਆਪਣੀ ਗੱਲ ਦਾ ਜਵਾਬ ਸੁਣ ਲਈ ਉਹ ਹਰਿੰਦਰ ਦੀਆਂ ਅੱਖਾਂ ਵਿੱਚ ਝਾਕੀ, ਜਿਵੇਂ ਹਾੜ ਮਹੀਨੇ 'ਚ ਕੋਈ ਆਕਾਸ਼ 'ਚ ਉੜਦੀ ਚੱਪਾ ਕੋ ਬੱਦਲੀ ਵੇਖ ਕੇ ਮੀਂਹ ਮੰਗ ਰਿਹਾ ਹੋਵੇ। ਬਸ ਆਹੀ ਗੱਲ ਸੀ, ਹਰਿੰਦਰ ਨੇ ਲਾਪਰਵਾਹੀ ਨਾਲ ਕਿਹਾ। ਪੱਟਿਆ ਪਹਾੜ ਤੇ ਨਿਕਲਿਆ ਚੂਹਾ। ਨਾ ਸੋਨੂੰ ਇਹ ਗੱਲ ਮਾਮੂਲੀ ਲੱਗਦੀ ਹੈ? ਮੈਂ ਪੂਰੇ 15 ਸਾਲ ਸੋਚਣ ਦੇ ਪਿੱਛੋਂ ਆਖੀ ਵੀ ਹੁਣ ਤਾਂ ਆ ਕਿ ਆਪਾਂ ਹੁਣ ਚੰਗੀ ਤਰ੍ਹਾਂ ਸੈੱਟ ਹੋ ਗਏ ਹਾਂ। ਅੱਜ ਤੱਕ ਮੈਂ ਹੋਰ ਕੋਈ ਵੀ ਮੰਗ ਨਹੀਂ ਕੀਤੀ। ਜੱਸੀ ਜਿਵੇਂ ਰੋਣ ਹੱਕੀ ਹੋ ਗਈ। ਚੰਗਾ ਸੋਚੂੰਗਾ, ਤੂੰ ਚਾਹ ਬਣਾ ਕੇ ਲਿਆ ਪਹਿਲਾਂ। ਹਰਿੰਦਰ ਨੇ ਉਸ ਨੂੰ ਟਾਲਣ ਲਈ ਕਿਹਾ। ਪਹਿਲਾਂ ਹਾਂ ਕਹੋ। ਜੱਸੀ ਨੇ ਬਾਜ਼ਾਰ ਵਿੱਚ ਰਬੜ ਦੀ ਗੁੱਡੀ ਖਰੀਦਣ ਲਈ ਜਿੱਦ ਕਰਦੀ ਕੁੜੀ ਵਾਂਗ ਧਰਤੀ ਉੱਤੇ ਪੈਰ ਮਾਰਦਿਆਂ ਅਤੇ ਮੋਢੇ ਮਰੋੜਦਿਆਂ ਮੰਗ ਕੀਤੀ। ਹੋਏ ਐਵੇਂ ਕਿਵੇਂ ਹਾਂ ਕਹਾਂ? ਤੂੰ ਤਾਂ ਜਵਾਕਾਂ ਵਾਂਗ ਜਿੱਦ ਕਰਨ ਲੱਗ ਪਈ। ਪਹਿਲਾਂ ਆਪਦੇ ਕੰਮ ਧੰਦੇ ਦਾ ਹਿਸਾਬ ਹੀ ਵੇਖਣਾ ਹੁੰਦਾ ਹੈ। ਮਸਾਂ ਕੰਮ ਚੱਲਿਆ, ਹੁਣ ਡਾਊਨ ਕਰਨਾ ਮਾੜੀ ਜਿਹੀ ਅਣਗਹਿਲੀ ਨਾਲ। ਮਸੂਰੀ ਕਿਤੇ ਭੱਜੀ ਜਾਂਦੀ ਹੈ। ਓਏ ਕਚਹਿਰੀ ਦਾ ਕੰਮ ਹੈ, ਕੋਈ ਲਾਲੇ ਦੀ ਦੁਕਾਨ ਨਹੀਂ ਵੀ ਜਦੋਂ ਮਰਜ਼ੀ ਤਾਲਾ ਲਾ ਕੇ ਤੁਰਦੇ ਬਣੋ। ਇੱਕ ਵਾਰੀ ਦਾ ਟੁੱਟਿਆ ਕਲਾਇੰਟ ਫਿਰ। ਗੱਲ ਅਜੇ ਹਰਿੰਦਰ ਦੇ ਮੂੰਹ 'ਚ ਹੀ ਸੀ ਕਿ ਬੈਲ ਹੋਈ। ਲੱਗਦਾ ਮਹਿੰਦਰੀ ਹੁਣੇ ਆ ਗਏ, ਕਹਿੰਦੀ ਜੱਸੀ ਹਰਿੰਦਰ ਦੀ ਗੱਲ ਵਿਚਾਲੇ ਛੱਡ ਕੇ ਬੂਹੇ ਵੱਲ ਦੌੜ ਪਈ। ਹਰਿੰਦਰ ਦੀ ਨਾਂਹ ਸੁਣ ਕੇ ਉਸ ਦੇ ਸੁੱਜੇ ਮੂੰਹ ਉੱਤੇ ਫਿਰ ਚਮਕ ਜਿਹੀ ਆ ਗਈ। ਬਸ ਦੀਦੀ, ਅਸੀਂ 5 ਮਿੰਟ ਹੀ ਰੁਕਣਾ, ਅਸੀਂ ਪਿੱਛੇ ਲੇਟ ਹੋ ਗਏ। ਇਹ ਤਾਂ ਕਹਿੰਦੇ ਸੀ ਸਿੱਧੇ ਲੰਘ ਜੀਏ, ਕੱਲ ਨੂੰ ਆ ਜਾਾਂਗੇ। ਪਰ ਮੈਂ ਆਖਿਆ ਨਹੀਂ, ਪਾਣੀ ਧਾਣੀ ਪੀ ਚੱਲਦੇ ਹਾਂ। ਮਹਿੰਦਰੀ ਨੇ ਆਉਂਦਿਆਂ ਹੀ ਜਾਣ ਦਾ ਐਲਾਨ ਕਰ ਦਿੱਤਾ। ਇਹ ਕਹਿ ਕੇ ਉਸਨੇ ਟੇਢੀ ਅੱਖ ਨਾਲ ਆਪਣੇ ਪਤੀ ਵੱਲ ਵੇਖਿਆ, ਜਿਵੇਂ ਕਿਹਾ ਹੋਵੇ ਹੁਣ ਤਾਂ ਖੁਸ਼ ਹੈ। ਅੱਖਾਂ ਰਾਹੀਂ ਹੀ ਉਸ ਨੂੰ ਪਤੀ ਦੀ ਸ਼ਾਬਾਸ਼ ਵੀ ਮਿਲ ਗਈ, ਜਿਵੇਂ ਉਹ ਕਹਿ ਰਿਹਾ ਹੋਵੇ, ਇੱਕ ਰਾਤ ਖਰਾਬ ਹੋਣ ਤੋਂ ਬਚਾਉਣ ਲਈ ਤੈਨੂੰ ਇਨਾਮ ਵੀ ਤੁਰੰਤ ਮਿਲੂਗਾ, ਅੱਜ ਰਾਤ ਨੂੰ ਹੀ। ਉਹਨਾਂ ਦੀ ਅੱਖਾਂ ਰਾਹੀਂ ਹੁੰਦੀ ਗੁਫ਼ਤਗੂ ਵੇਖ ਕੇ ਜੱਸੀ ਨੂੰ ਵੱਡੀ ਹੋਣ ਕਰਕੇ ਸੰਗ ਦਾ ਅਹਿਸਾਸ ਹੋਇਆ ਤੇ ਉਹ ਪਾਣੀ ਲੈਣ ਜਾਂਦੀ ਰਹੀ। ਮਹਿੰਦਰੀ ਵੀ ਇੱਕ ਪਲ ਲਈ ਕੁਰਸੀ ਉੱਤੇ ਬੈਠੀ ਅਤੇ ਫਿਰ ਅਚਵੀ ਜਿਹੀ ਮਹਿਸੂਸ ਕਰਦੀ ਜੱਸੀ ਦੇ ਮਗਰ ਚਲੀ ਗਈ। ਜੱਸੀ ਨੇ ਰਸੋਈ 'ਚ ਆ ਖੜੀ ਮਹਿੰਦਰੀ ਨੂੰ ਡੌਲਿਆਂ ਤੋਂ ਫੜ ਕੇ ਸਾਹਮਣੇ ਖੜਾ ਕਰਕੇ ਸਿਰ ਤੋਂ ਪੈਰਾਂ ਤੱਕ ਇਉਂ ਵੇਖਿਆ ਜਿਵੇਂ ਕੋਈ ਬੁੱਤ ਘਾੜਾ ਆਪਣੇ ਬਣਾਏ ਬੁੱਤ ਨੂੰ ਨਿਹਾਰ ਰਿਹਾ ਹੋਵੇ। ਉਸ ਨੂੰ ਲੱਗਿਆ ਜਿਵੇਂ ਉਹ ਵਿਆਹ ਤੋਂ ਪਹਿਲਾਂ ਵਾਲੀ ਮਹਿੰਦਰੀ ਤਾਂ ਹੈ ਹੀ ਨਹੀਂ, ਸੰਗਾਊ, ਛਮਕ ਜਹੀ ਅਤੇ ਸਹਿਮੀ ਰਹਿਣ ਵਾਲੀ। ਇਹ ਨਵੀਂ ਮਹਿੰਦਰੀ ਤਾਂ ਗੁਲਾਬ ਦੇ ਫੁੱਲ ਵਾਂਗ ਟਹਿਕਦੀ, ਬੇਝਿਜਕ ਅਤੇ ਭਰੇ ਅੰਗਾਂ ਵਾਲੀ ਸੀ। ਉਸ ਦੀਆਂ ਪਹਾੜ ਸਫ਼ਰ ਦੀਆਂ ਥਕਾਵਟ ਨਾਲ ਸੁੱਜੀਆਂ ਅੱਖਾਂ ਨਸ਼ੇ ਨਾਲ ਗੜੂੰਦ ਲੱਗਦੀਆਂ ਸਨ। ਸਫ਼ਰ 'ਚ ਵੱਟੋ ਵੱਟ ਹੋਏ ਸਿਲਕ ਦੇ ਕੱਪੜਿਆਂ, ਖੁੱਲ ਜਾਂਦੀ ਗੁੱਤ ਅਤੇ ਸੁੱਤੇ ਨਿਸਲ ਜਾਏ ਅੰਗਾਂ ਨਾਲ ਮਹਿੰਦਰੀ ਉਸ ਨੂੰ ਹੋਰ ਵੀ ਸੋਹਣੀ ਲੱਗੀ। ਜੱਸੀ ਨੇ ਮਹਿੰਦਰੀ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ। ਮਹਿੰਦਰੀ ਕੋਲੋਂ ਮਹਿਕ ਦਾ ਇੱਕ ਭਬੂਕਾ ਜਿਹਾ ਉੱਠ ਕੇ ਜੱਸੀ ਦੇ ਧੁਰ ਅੰਦਰ ਤੱਕ ਪਸਰ ਗਿਆ। ਮਹਿੰਦਰੀ, ਸਾਡੇ ਕੋਲ ਰਹੋ ਨਾ, ਐਨੇ ਕੀ ਕਾਹਲ ਹੈ? ਜੱਸੀ ਨੇ ਜੱਫੀ ਢਿੱਲੀ ਕਰਦਿਆਂ ਚਾਅ ਨਾਲ ਕਿਹਾ। ਨਹੀਂ ਦੀਦੀ, ਉਹ ਰੁੱਸ ਜਾਣਗੇ। ਐਵੇਂ ਨਿੱਕੀ ਗੱਲ ਤੇ ਰੁੱਸ ਜਾਂਦੇ ਆ ਬੱਚਿਆਂ ਵਾਂਗੂ। ਉਹ ਰੁੱਸ ਜਾਣਗੇ ਕਿ ਤੇਰਾ ਜੀ ਨਹੀਂ ਲੱਗਦਾ ਹੁਣ? ਜੱਸੀ ਨੇ ਰੋਸ ਵਿਖਾਇਆ। ਕੋਈ ਨਾ, ਅਸੀਂ ਵੱਖਰਾ ਕਮਰਾ ਦੇ ਦਿਆਂਗੇ ਬਾਬਾ, ਡਰਦੇ ਕਿਉਂ? ਦੀਦੀ ਤੁਸੀਂ ਵੀ ਨਾ। ਮਹਿੰਦਰੀ ਸੰਗ ਗਈ।
ਅਤੇ ਉਹ ਜੱਸੀ ਨੂੰ ਪੋਲਾ ਜਿਹਾ ਧੱਕਾ ਦੇ ਕੇ ਆਪ ਦੂਰ ਜਾ ਖੜੀ ਹੋਈ। ਮਿੰਦਰੀ ਮਸੂਰੀ ਕਿਹੋ ਜਿਹਾ ਹਿਲ ਸਟੇਸ਼ਨ ਹੈ? ਜੱਸੀ ਨੇ ਮਿੰਦਰੀ ਦੀ ਸੰਗ ਨੂੰ ਭਾਂਪਦਿਆਂ ਉਸ ਦਾ ਧਿਆਨ ਬਦਲਣਾ ਚਾਹਿਆ। ਦੀਦੀ ਇੰਨਾ ਸੋਹਣਾ ਆ ਕਿ ਦੱਸ ਵੀ ਨਹੀਂ ਸਕਦੀ। ਸੋਨੂੰ ਚਿੱਠੀ ਲਿਖਣ ਲੱਗੀ ਤਾਂ ਮੈਨੂੰ ਸ਼ਬਦ ਹੀ ਨਾ ਸੁੱਝਣ। ਦੂਰ ਦੂਰ ਤੱਕ ਫੈਲੇ ਪਹਾੜ ਅਤੇ ਵਾਦੀਆਂ ਵੇਖ ਕੇ ਜਾਣੀ ਦੀ ਆਪਣੇ ਅੰਦਰ ਵੀ ਬਰਾੜਨਾ ਜਿਹੀ ਭਰ ਜਾਂਦੀ ਹੈ। ਆਪਣੀਆਂ ਘਰਾਂ ਵਾਲੀਆਂ ਫਜ਼ੂਲ ਜੀਆਂ ਗੱਲਾਂ ਤਾਂ ਮਨ ਚੋਂ ਕਿਧਰੇ ਉੱਡ ਪੁੱਡ ਜਾਂਦੀਆਂ ਨੇ। ਬੰਦੇ ਨੂੰ ਛੂ ਛੂ ਕੇ ਲੰਘਦੇ ਬੱਦਲ ਤਾਂ ਅੰਦਰ ਝੁੰਝਣੇ ਜਿਹੇ ਛੇੜ ਜਾਂਦੇ ਆ। ਦੀਦੀ ਅਸੀਂ ਕੈਂਪਟੀ ਫਾਲ ਗਏ। ਇਹ ਮੈਨੂੰ ਮੱਲੋ ਜ਼ੋਰੀ ਖਿੱਚ ਕੇ ਫਾਲ ਥੱਲੇ ਲੈ ਗਏ। ਪਹਿਲਾਂ ਤਾਂ ਸੰਗ ਜਿਹੀ ਆਵੇ, ਪਰ ਫਿਰ ਸਾਰਿਆਂ ਨੂੰ ਨਹਾਉਂਦਿਆਂ ਵੇਖ ਕੇ ਓਪਰਾ ਲੱਗਣੋਂ ਹਟ ਗਿਆ। ਉੱਤੋਂ ਡਿੱਗਦੀ ਫੁਹਾਰ ਨਾਲ ਕੇਰਾਂ ਤਾਂ ਸਾਹ ਉਤਾਂਹ ਨੂੰ ਗਿਆ, ਪਰ ਨਹਾ ਕੇ ਬੜਾ ਮਜ਼ਾ ਆਇਆ। ਦੀਦੀ ਕੇਰਾਂ ਮੈਂ ਤਾਂ ਤਿਲਕ ਕੇ ਡੇਗ ਹੀ ਪੈਣਾ ਸੀ, ਪਰ ਇਹਨਾਂ ਨੇ ਸੰਭਾਲ ਲਿਆ। ਮਸੂਰੀ ਦੀ ਸ਼ਾਮ ਦੇ ਤਾਂ ਫਿਰ ਕਿਆ ਕਹਿਣੇ ਦੀਦੀ। ਰਾਤ ਨੂੰ ਮਾਰ ਰੋਡ ਤੋਂ ਖੜ ਕੇ ਥੱਲੇ ਵੇਖੀਏ ਤਾਂ ਦੇਹਰਾਦੂਨ ਦੀਆਂ ਲਾਈਟਾਂ ਇਉਂ ਲੱਗਣ ਜਿਵੇਂ ਤਾਰਿਆਂ ਭਰਿਆ ਆਕਾਸ਼ ਪਹਾੜ ਨਾਲ ਟੇਢਾ ਕਰਕੇ ਟਿਕਾਇਆ ਹੋਵੇ। ਜੀ ਕਰਦਾ ਸੀ ਕਿ ਮਿੰਦਰੀ ਪੂਰੀ ਸ਼ਿੱਦਤ ਨਾਲ ਅਜੇ ਦੱਸ ਹੀ ਰਹੀ ਸੀ ਕਿ ਜੱਸੀ ਨੇ ਇਹ ਕਹਿ ਕੇ ਟੋਕ ਦਿੱਤੀ, ਬਸ ਬੱਬਾ ਤੂੰ ਤਾਂ ਲੱਗਦਾ ਉੱਥੋਂ ਕਵਿਤਰੀ ਬਣ ਕੇ ਆ ਗਈ। ਚੱਲੀਏ ਸਕੰਜਵੀ ਲੈ ਕੇ, ਕਿੰਨਾ ਚਿਰ ਹੋ ਗਿਆ, ਫਿਰ ਸੁਣੂਗੀ ਬੈਠ ਕੇ। ਜੱਸੀ ਦਾ ਇੱਕ ਮਨ ਕਰਦਾ ਸੀ ਕਿ ਮਿੰਦਰੀ ਘੰਟਿਆਂ ਬੱਧੀ ਇਵੇਂ ਸੁਣਾਈ ਜਾਵੇ, ਪਰ ਇਹ ਸੁਣਦਿਆਂ ਉਸਦੇ ਅੰਦਰੋਂ ਬੇਚੈਨੀ ਦੀ ਲਾਟ ਜਿਹੀ ਨਿਕਲਦੀ ਰਹੀ। ਹੋਏ ਇੰਨਾ ਚਿਰ ਤੁਸੀਂ ਰਸੋਈ 'ਚ ਹੀ ਵੜ ਕੇ ਬਹਿ ਗਈਆਂ। ਮੈਂ ਤਾਂ ਸੋਚਿਆ ਕਿਤੇ ਗੰਗਾ ਤੋਂ ਪਾਣੀ ਲੈਣ ਜਾਂਦੀਆਂ ਰਹੀਆਂ। ਦੇਰ ਨਾਲ ਆਈਆਂ ਜੱਸੀ ਹੋਰਾਂ ਨੂੰ ਹਰਿੰਦਰ ਨੇ ਵਿਅੰਗ ਨਾਲ ਕਿਹਾ। ਗੰਗਾ ਤੋਂ ਨਹੀਂ, ਕੈਂਪਟੀ ਫਾਲ ਤੋਂ ਲੈ ਕੇ ਆਈਆਂ। ਮਿੰਦਰੀ ਨੇ ਜਵਾਬ ਤਾਂ ਹਰਿੰਦਰ ਨੂੰ ਦਿੱਤਾ, ਪਰ ਸ਼ਰਾਰਤੀ ਅੱਖਾਂ ਨਾਲ ਆਪਣੇ ਪ੍ਰਾਹੁਣੇ ਵੱਲ ਝਾਕੀ। ਹਰਿੰਦਰ ਉਸ ਦੀ ਗੱਲ ਦੀ ਰਮਜ਼ ਨੂੰ ਸਮਝ ਨਾ ਸਕਿਆ, ਇਸ ਲਈ ਪਹਿਲਾਂ ਚੁੱਪ ਹੋ ਗਿਆ ਤੇ ਫਿਰ ਨਕਲੀ ਹਾਸਾ ਹੱਸਿਆ। ਪਾਣੀ ਪੀਂਦਿਆਂ ਹੀ ਮਿੰਦਰੀ ਹੋਣੀ ਜਾਣ ਲਈ ਉੱਠ ਖਲੋਤੇ। ਉਹਨਾਂ ਦੇ ਖੜਿਆਂ ਖੜਿਆਂ ਹੀ ਹਰਿੰਦਰ ਅੰਦਰੋਂ ਵਿਸਕੀ ਦੀ ਬੋਤਲ ਚੁੱਕ ਲਿਆ ਅਤੇ ਉਸਨੇ ਮੱਲੋ ਜ਼ੋਰੀ ਆਪਣੇ ਸਾਂਢੂ ਨੂੰ ਇੱਕ ਵੱਡਾ ਸਹਿਰਾ ਪੈਗ ਪਾ ਦਿੱਤਾ। ਪਰ ਪੈਗ ਪੀਣ ਪਿੱਛੋਂ ਉਹ ਰੁਕੇ ਨਾ। ਮਿੰਦਰੀ ਹੋਰੀ ਚਲੇ ਗਏ ਅਤੇ ਹਰਿੰਦਰ ਹੋਰੀ ਮੁੜ ਕੁਰਸੀਆਂ ਉੱਤੇ ਆ ਬੈਠੇ। ਪਹਿਲੇ ਵੱਡੇ ਸਾਰੇ ਪੈਗ ਦਾ ਨਸ਼ਾ ਹਰਿੰਦਰ ਦੀਆਂ ਅੱਖਾਂ 'ਚ ਉਤਰਨਾ ਸ਼ੁਰੂ ਹੋ ਗਿਆ। ਬਈ ਮਿੰਦਰੀ ਤਾਂ 10-15 ਦਿਨਾਂ 'ਚ ਹੀ ਹੋਰ ਦੀ ਹੋਰ ਹੀ ਹੋ ਗਈ, ਹੁਣ ਤਾਂ ਪਛਾਣੀ ਨਹੀਂ ਜਾਂਦੀ। ਹਰਿੰਦਰ ਨੇ ਗੁੰਮਸੁੰਮ ਬੈਠੀ ਜੱਸੀ ਨੂੰ ਬੁਲਾਉਣ ਲਈ ਹਲੂਣ ਕੇ ਕਿਹਾ ਅਤੇ ਸ਼ਰਾਰਤ ਨਾਲ ਢਾਕ ਤੇ ਪੋਲੀ ਜਿਹੀ ਚੁੰਡੀ ਵੱਢ ਦਿੱਤੀ। ਜੱਸੀ ਨੇ ਚੁੰਡੀ ਦੀ ਪੀੜ ਕਾਰਨ ਬੁੱਲ ਮਰੋੜ ਕੇ ਰੋਸ ਵਿਖਾਇਆ, ਪਰ ਬੋਲੀ ਕੁਝ ਨਾ। ਹਰਿੰਦਰ ਨੇ ਦੂਜਾ ਪੈਗ ਵੀ ਭਰਵਾਂ ਹੀ ਪਾਇਆ ਅਤੇ ਇੱਕੋ ਸਾਹੇ ਪੀਣ ਪਿੱਛੋਂ ਮੂੰਹ 'ਚ ਨਮਕੀਨ ਪਾਉਂਦਿਆਂ ਬੋਲਿਆ, ਛੋਟਾ ਬਾਈ ਮੈਨੂੰ ਕਹਿੰਦਾ ਤੁਸੀਂ ਕਿੱਥੇ ਗਏ ਸੀ ਹਨੀਮੂਨ ਮਨਾਉਣ, ਤੇ ਮੈਂ ਆਖ ਦਿੱਤਾ ਜੱਟਾਂ ਵਾਲੀ ਮਸੂਰੀ। ਉਹਨੂੰ ਵਿਚਾਰੇ ਨੂੰ ਕੋਈ ਸਮਝ ਨਾ ਆਈ ਤੇ ਚੁੱਪ ਕਰ ਗਿਆ। ਮੇਰਾ ਹਾਸਾ ਨਿਕਲੀ ਜਾਵੇ। ਹਰਿੰਦਰ ਨੇ ਹੱਸਦਿਆਂ ਜੱਸੀ ਨੂੰ ਵੀ ਹਸਾਉਣਾ ਚਾਹਿਆ, ਪਰ ਉਹ ਹੱਸੀ ਨਾ। ਭਾਈ ਮਿੰਦਰੀ ਤਾਂ ਇਉਂ ਲੱਗਦੀ ਸੀ ਜਿਵੇਂ ਤੜਕੇ ਬਿਸਤਰੇ 'ਚੋਂ ਸੁੱਤੀ ਪਈ ਨੂੰ ਚੱਕ ਕੇ ਕਾਰ 'ਚ ਬਿਠਾ ਲਿਆ ਹੋਵੇ। ਵੈਸੇ ਸੁੱਤੀ ਉੱਠੀ ਤੀਵੀਂ ਤਿਆਰ ਹੋਈ ਜਨਾਨੀ ਨਾਲੋਂ ਵੱਧ ਫੱਬਦੀ ਹੈ। ਹਰਿੰਦਰ ਨੇ ਮਿੰਦਰੀ ਬਾਰੇ ਫਿਰ ਗੱਲ ਛੇੜ ਲਈ। ਉਸਦੇ ਦਿਮਾਗ ਵਿੱਚ ਅਜੇ ਵੀ ਮਿੰਦਰੀ ਦੇ ਅਲਸਾਏ ਅੰਗਾਂ ਦਾ ਜਾਦੂਮਈ ਦ੍ਰਿਸ਼ ਘੁੰਮ ਰਿਹਾ ਜਾਪਦਾ ਸੀ। ਜੱਸੀ ਨੇ ਉਸਦੀ ਕਿਸੇ ਗੱਲ ਵਿੱਚ ਰੁਚੀ ਨਾ ਵਿਖਾਈ ਤੇ ਕੁਰਸੀ ਤੋਂ ਉੱਠਦਿਆਂ ਪੁੱਛਿਆ, ਰੋਟੀ ਬਣਾਵਾਂ ਜੇ ਭੁੱਖ ਲੱਗੀ ਹੈ ਤਾਂ? ਓਏ ਭੁੱਖ ਤਾਂ ਬਹੁਤ ਲੱਗੀ ਹੈ, ਖਾਵਾਂਗੇ ਰੋਟੀ ਵੀ। ਹਰਿੰਦਰ ਨੇ ਰੋਟੀ ਦੇ ਦੂਹਰੇ ਅਰਥਾਂ ਨਾਲ ਜੱਸੀ ਨੂੰ ਛੇੜ ਕੇ ਹਸਾਉਣਾ ਚਾਹਿਆ, ਪਰ ਜਦੋਂ ਨਾ ਹੀ ਹੱਸੀ ਤਾਂ ਉਸਨੇ ਕਿਹਾ, ਉਹ ਬਹਿ ਜਾ ਬਿੰਦ ਝੱਟ, ਖਾ ਲਾਂਗੇ ਰੋਟੀ ਵੀ। ਰੋਟੀ ਕਿਤੇ ਭੱਜੀ ਜਾਂਦੀ ਹੈ, 10 ਮਿੰਟ ਮੂਡ ਸ਼ੂਡ ਬਣਾ ਲਈਏ ਘੁੱਟ ਪੀ ਕੇ। ਜੱਸੀ ਬੈਠ ਨਾ ਸਕੀ ਅਤੇ ਬਾਂਹ ਫੜ ਕੇ ਬਿਠਾਉਂਦੇ ਹਰਿੰਦਰ ਤੋਂ ਹੱਥ ਛੁਡਾ ਕੇ ਰਸੋਈ ਵਿੱਚ ਜਾਂਦੀ ਰਹੀ। ਉਸਨੇ ਕੱਲ੍ਹ ਦੀ ਪਈ ਬੇਹੀ ਸਬਜ਼ੀ ਗਰਮ ਕੀਤੀ ਅਤੇ 4 ਫੁਲਕੇ ਲਾ ਕੇ ਹਰਿੰਦਰ ਵਾਸਤੇ ਰੋਟੀ ਪਾ ਲਈ। ਆਪਣਾ ਮਨ ਨਾ ਕੀਤਾ। ਮਿੰਦਰੀ ਹੋਰਾਂ ਦੇ ਆਉਣ ਤੋਂ ਪਹਿਲਾਂ ਉਸ ਅੰਦਰ ਭੁੱਖ ਨਾਲ ਖੋਹ ਪੈ ਰਹੀ ਸੀ। ਉਹ ਕੁਝ ਖਾਣ ਬਾਰੇ ਸੋਚ ਹੀ ਰਹੀ ਸੀ ਕਿ ਮਿੰਦਰੀ ਹੋਰੀ ਆ ਗਏ ਸਨ। ਮਿੰਦਰੀ ਹੋਰਾਂ ਲਈ ਲਿਆ ਕੇ ਰੱਖਿਆ ਸਾਰਾ ਸਮਾਨ ਉਵੇਂ ਪਿਆ ਸੀ। ਉਹਨਾਂ ਨੇ ਤਾਂ ਕੁਝ ਵੀ ਖਾਧਾ ਨਹੀਂ ਸੀ, ਜਿਵੇਂ ਪਿੱਛੋਂ ਹੀ ਰੱਜੇ ਆਏ ਹੋਣ। ਜੱਸੀ ਦੀਆਂ ਅੱਖਾਂ ਨੇ ਤਾਂ ਪੇਸਟਰੀ ਵੱਲ ਰੀਝ ਨਾ ਤੱਕਿਆ, ਪਰ ਮਨ ਨੇ ਖਾਣ ਲਈ ਹੁੰਗਾਰਾ ਨਾ ਭਰਿਆ। ਉਸਨੇ ਹਰਿੰਦਰ ਨੂੰ ਰੋਟੀ ਖਵਾ ਦਿੱਤੀ, ਪਰ ਆਪ ਨਾ ਖਾਧੀ। ਰੋਟੀ ਖਾ ਕੇ ਹਰਿੰਦਰ ਪੈ ਗਿਆ, ਪਰ ਜੱਸੀ ਨੂੰ ਅੰਦਰ ਹੁਮਸ ਜਿਹਾ ਮਹਿਸੂਸ ਹੋਇਆ। ਉਸਨੇ ਬਾਹਰ ਆ ਕੇ ਵੇਖਿਆ, ਸ਼ਾਮ ਨੂੰ ਰੁਮਕ ਰਹੀ ਹਵਾ ਬਿਲਕੁਲ ਬੰਦ ਹੋ ਚੁੱਕੀ ਸੀ ਅਤੇ ਹਵਾ ਵਿੱਚ ਵਧੀ ਹੋਈ ਨਮੀ ਕਾਰਨ ਸਰੀਰ ਉੱਤੇ ਮੁੜਕੇ ਦੀ ਚਿਪ-ਚਿਪ ਹੋ ਰਹੀ ਸੀ। ਉਹ ਬਾਹਰ ਬਰਾਮਦੇ ਵਿੱਚ ਖੜੀ ਰਹੀ। ਬੋਗਨਵਿਲੀਆ ਦੀ ਵੇਲ ਦੇ ਪੱਤੇ ਇਉਂ ਅਹਿਲ ਖੜੇ ਸਨ ਜਿਵੇਂ ਉਹਨਾਂ ਦਾ ਸਾਹ ਸੱਤ ਕਿਸੇ ਦੈਂਤ ਨੇ ਸੂਤ ਲਏ ਹੋਣ। ਸ਼ਾਮ ਤੱਕ ਅਸਮਾਨ ਸਾਫ਼ ਸੀ, ਪਰ ਹੁਣ ਤਿੱਤਰ ਖੰਭੀ ਬੱਦਲਵਾਈ ਬਣੀ ਹੋਈ ਸੀ। ਪਰ ਜੋਬਨ ਤੋਂ ਘਾਟੇ ਪਿਆ ਚੰਦ ਕਦੇ ਬੱਦਲ ਦੇ ਇੱਕ ਚੀਥੜੇ ਥੱਲਿਓਂ ਨਿਕਲਦਾ ਤਾਂ ਦੂਜਾ ਉਸ ਨੂੰ ਦੱਬ ਲੈਂਦਾ। ਉਸ ਥੱਲਿਓਂ ਨਿਕਲਣ ਲਈ ਹੰਬਲੇ ਮਾਰਦਾ ਤਾਂ ਤੀਜਾ ਬੱਦਲ ਨੇੜੇ ਆ ਜਾਂਦਾ। ਇਉਂ ਦਬੋਚੇ ਜਾਣ ਤੋਂ ਜਾਨ ਜਹੀ ਬਚਾਉਂਦੇ ਚੰਦ ਦੀ ਦੌੜ ਵੇਖ ਕੇ ਜੱਸੀ ਦਾ ਮਨ ਕਾਹਲਾ ਪੈ ਗਿਆ ਅਤੇ ਉਸਨੇ ਅਸਮਾਨ ਵੱਲੋਂ ਆਪਣਾ ਧਿਆਨ ਹਟਾ ਲਿਆ। ਓਏ ਆ ਜਾ ਹੁਣ, ਬਾਹਰ ਕੀ ਗਰਦੌਰੀ ਕਰਦੀ ਫਿਰਦੀ ਐ? ਹਰਿੰਦਰ ਦੀ ਆਵਾਜ਼ ਵਿੱਚ ਖਿਝ ਰਲੀ ਹੋਈ ਸੀ। ਜੱਸੀ ਚੁੱਪਚਾਪ ਅੰਦਰ ਆ ਗਈ ਅਤੇ ਪਾਉਣ ਵਾਸਤੇ ਬਾਥਰੂਮ ਦੇ ਬਹੇ ਅੱਗੇ ਟੰਗੀ ਗੁਲਾਬੀ ਰੰਗ ਦੀ ਮੈਕਸੀ ਲਾਹੀ। ਫਿਰ ਕਿਸੇ ਦੁਚਿੱਤੀ ਜਿਹੀ ਵਿੱਚ ਪੈ ਕੇ
ਮੈਕਸੀ ਉੱਥੇ ਹੀ ਟੰਗ ਦਿੱਤੀ ਅਤੇ ਸਲਵਾਰ ਕਮੀਜ਼ ਨਾਲ ਹੀ ਬੈੱਡ ਦੀ ਕੰਨੀ ਉੱਤੇ ਟੇਢੀ ਜਿਹੀ ਹੋ ਗਈ। ਇਹ ਕਿੱਥੋਂ ਕੱਢ ਲਈ ਅੱਜ? ਹਰਿੰਦਰ ਅਜੇ ਵੀ ਟੰਗੀ ਪਈ ਮੈਕਸੀ ਵੱਲ ਹੀ ਵੇਖ ਰਿਹਾ ਸੀ। ਪੱਖੇ ਦੀ ਹਵਾ ਨਾਲ ਭੁਗਾਨੇ ਵਾਂਗ ਭਰ ਗਈ ਮੈਕਸੀ ਉਸ ਨੂੰ ਇਉਂ ਜਾਪੀ ਜਿਵੇਂ ਉਸ ਵਿੱਚ ਜਨਾਨੀ ਲੁਕੀ ਹੋਵੇ। ਅੱਜ ਵੱਡੇ ਟਰੰਕ ਨੂੰ ਫਰੋਲ ਰਹੀ ਸਾਂ, ਵਿੱਚੋਂ ਹੀ ਨਿਕਲ ਆਈ। ਮੈਂ ਸੋਚਿਆ ਵੀ ਪਈ ਪਈ ਖਰਾਬ ਹੋ ਜੂ, ਹਡਾਲਾਂ ਜਿਹੜੀ 4 ਦਿਨ ਹੰਡਦੀ ਹੈ। ਵਿਆਹ ਵੇਲੇ ਦੇ 2-3 ਸੂਟ ਵੀ ਬਾਹਰ ਕੱਢੇ ਆ, ਉਹ ਵੀ ਪਏ ਪਏ ਭੀੜੇ ਹੋ ਗਏ। ਉਹ ਵੀ ਹੁਣ ਸੋਚਿਆ ਉਧੇੜ ਸਿਉਂ ਕੇ ਪਾਉਣ ਵਾਲੇ ਕਰ ਲਾਂ। ਹੋਏ ਉਹਦਾ ਕੱਢੀ ਦਾ ਕੀ ਫਾਇਦਾ ਆ, ਪੈ ਤਾਂ ਫਿਰ ਸਲਵਾਰ ਕਮੀਜ਼ ਨਾਲ ਹੀ ਗਈ। ਐਵੇਂ ਕੌਲ ਹੋ ਗਈ ਬਦਲਣ ਦੀ। ਜੱਸੀ ਨੇ ਅਕੇਵੇਂ ਨਾਲ ਕਿਹਾ, ਇਉਂ ਰੁੱਸਿਆਂ ਵਾਂਗੂ ਕਿਉਂ ਬੋਲਦੀ ਐ? ਸ਼ਾਮ ਨੂੰ ਤਾਂ ਅਨਾਰ ਵਾਂਗੂ ਖਿੜੀ ਫਿਰਦੀ ਸੀ। ਹਰਿੰਦਰ ਨੇ ਉਸ ਨੂੰ ਖਿੱਚ ਕੇ ਆਪਣੇ ਕੋਲ ਕਰ ਲਿਆ ਅਤੇ ਲੱਤਾਂ ਦੀ ਕਲਿੰਗੜੀ 'ਚ ਲੈ ਲਈ। ਪਸੀਨੇ ਤੇ ਸ਼ਰਾਬ ਦੀ ਰਲੀ ਮਿਲੀ ਬੋ ਜੱਸੀ ਦੇ ਨੱਕ 'ਚ ਧੁੱਸ ਦੇ ਕੇ ਵੜ ਗਈ। ਪਲੀਜ਼ ਤੰਗ ਨਾ ਕਰੋ, ਹੁਮਸ ਨਾਲ ਤਾਂ ਪਹਿਲਾਂ ਹੀ ਜਾਨ ਨਿਕਲੀ ਜਾਂਦੀ ਆ, ਛੱਡੋ ਵੀ। ਜੱਸੀ ਨੇ ਆਪਣੇ ਪੂਰੇ ਤਾਣ ਨਾਲ ਹਰਿੰਦਰ ਦੀ ਕਲਿੰਗੜੀ 'ਚੋਂ ਨਿਕਲਣ ਦਾ ਯਤਨ ਕੀਤਾ। ਓਏ ਜੱਟਾਂ ਵਾਲੀ ਮਸੂਰੀ ਨਾਲੋਂ ਤਾਂ ਜ਼ਿਆਦਾ ਨਹੀਂ ਗਰਮੀ ਹੈਂ? ਹਰਿੰਦਰ ਨੇ ਉੱਚੀ ਦੇਣੇ ਹੱਸਦਿਆਂ ਕਿਹਾ, ਪਰ ਜੱਸੀ ਅਜੇ ਵੀ ਉਵੇਂ ਹੀ ਉਸ ਤੋਂ ਛਡਾਉਣ ਲਈ ਹੰਬਲੇ ਮਾਰ ਰਹੀ ਸੀ। ਜੱਸੀ, ਮੈਂ ਸੋਚਿਆ ਆਪਾਂ ਵੀ 2-4 ਦਿਨਾਂ 'ਚ ਮਸੂਰੀ ਚੱਲਾਂਗੇ। ਮਾੜਾ ਮੋਟਾ ਕੰਮ ਸਮੇਟਦੇ ਹਾਂ 1-2 ਦਿਨਾਂ 'ਚ, ਨਹੀਂ ਤਾਂ ਸਾਡਾ ਸਾਂਢੂ ਕੀ ਸਮਝੂਗਾ ਵੀ ਇਹਨਾਂ ਨੇ ਅਜੇ ਤਾਈਂ ਮਸੂਰੀ ਨਹੀਂ ਵੇਖੀ। ਹਰਿੰਦਰ ਦਾ ਸਰੀਰ ਤਾਪ ਚੜੇ ਵਾਲਿਆਂ ਵਾਂਗ ਭਖ ਰਿਹਾ ਸੀ ਤੇ ਉਸਨੇ ਕਲਿੰਗੜੀ ਹੋਰ ਕੱਸ ਲਈ। ਜੱਸੀ ਨੇ ਉਸ ਤੋਂ ਛਡਾਉਣ ਦਾ ਯਤਨ ਛੱਡਦਿਆਂ ਸਰੀਰ ਢਿੱਲਾ ਛੱਡ ਦਿੱਤਾ ਅਤੇ ਵੱਡਾ ਸਾਰਾ ਸਾਹ ਲਿਆ। ਪਤਾ ਨਹੀਂ ਹੌਕਾ ਸੀ ਜਾਂ ਫਿਰ ਸੁੱਖ ਦਾ ਸਾਹ। ਧੰਨਵਾਦ।